ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪਣੀ ਜਿਹੜੀ ਡਿਜੀਟਲ ਦੁਨੀਆ ਹੈ ਨਾ, ਉਹ ਸਾਰੀ ਡੇਟਾ ਤੇ ਹੀ ਚੱਲਦੀ ਹੈ। ਪਰ ਕਦੇ ਸੋਚਿਆ ਇਹ ਸਭ ਕੁਝ ਮੈਨੇਜ ਕਿਵੇਂ ਹੁੰਦਾ ਹੈ? ਚਲੋ ਅੱਜ ਆਪਾਂ ਡੇਟਾਬੇਸ ਮੈਨੇਜਮੈਂਟ ਦੇ ਬਿਲਕੁਲ ਬੇਸਿਕ ਕਨਸੈਪਟਸ ਨੂੰ ਸਮਝਦੇ ਹਾਂ, ਜਿਨ੍ਹਾਂ ਕਰਕੇ ਇਹ ਸਭ ਕੁਝ ਮੁਮਕਿਨ ਹੈ। ਦੇਖੋ, ਹਰ ਡੇਟਾਬੇਸ ਦਾ ਨਾ ਇੱਕ ਬਹੁਤ ਹੀ ਸਿੱਧਾ ਜਿਹਾ ਮਕਸਦ ਹੁੰਦਾ ਹੈ। ਬੇਤਰਤੀਬੇ ਤੱਥਾਂ ਦਾ ਜਿਹੜਾ ਢੇਰ ਹੁੰਦਾ ਹੈ, ਉਸ ਨੂੰ ਚੁੱਕਣਾ ਤੇ ਉਸ ਨੂੰ ਇਹੋ ਜਿਹੇ ਗਿਆਨ ਵਿੱਚ ਬਦਲ ਦੇਣਾ ਜਿਸ ਨਾਲ ਆਪਾਂ ਸਹੀ ਫੈਸਲੇ ਲੈ ਸਕੀਏ। ਇਹ ਇੱਕ ਤਰ੍ਹਾਂ ਦਾ ਜਾਦੂ ਹੀ ਹੈ ਤੇ ਆਪਾਂ ਦੇਖਾਂਗੇ ਕਿ ਇਹ ਕੰਮ ਕਰਦਾ ਕਿਵੇਂ ਹੈ। ਸਭ ਤੋਂ ਪਹਿਲਾਂ ਸਾਨੂੰ ਦੋ ਬਹੁਤ ਹੀ ਬੁਨਿਆਦੀ ਸ਼ਬਦਾਂ ਵਿਚਲਾ ਫਰਕ ਸਮਝਣਾ ਪੈਣਾ ਹੈ, ਡਾਟਾ ਤੇ ਸੂਚਨਾ। ਸੁਣਨ ਨੂੰ ਤਾਂ ਇੱਕੋ ਜਿਹੇ ਲੱਗਦੇ ਨੇ, ਪਰ ਅਸਲ ਵਿੱਚ ਇਹ ਬਹੁਤ ਵੱਖਰੇ ਨੇ। ਤਾਂ ਫਿਰ ਡਾਟਾ ਤੇ ਸੂਚਨਾ ਵਿੱਚ ਫਰਕ ਕੀ ਹੈ? ਚਲੋ ਇਸ ਨੂੰ ਇੰਜ ਸਮਝਦੇ ਹਾਂ। ਮੰਨ ਲਓ ਡਾਟਾ ਹੈ ਆਟਾ, ਚੀਨੀ ਤੇ ਆਂਡੇ, ਬਸ ਕੱਚਾ ਸਮਾਨ। ਪਰ ਜਦੋਂ ਤੁਸੀਂ ਇਹਨਾਂ ਨੂੰ ਮਿਲਾ ਕੇ ਇੱਕ ਖਾਸ ਤਰੀਕੇ ਨਾਲ ਪਕਾਉਂਦੇ ਹੋ ਤਾਂ ਕੀ ਬਣਦਾ ਹੈ? ਇੱਕ ਕੇਕ। ਤੇ ਬਸ ਉਹੀ ਹੈ ਸੂਚਨਾ। ਚੀਜ਼ਾਂ ਉਹੀ ਨੇ, ਪਰ ਹੁਣ ਉਹ ਵਰਤੋਂ ਵਿੱਚ ਆਉਣ ਲਾਇਕ ਨੇ ਤੇ ਉਹਨਾਂ ਦਾ ਕੋਈ ਮਤਲਬ ਹੈ। ਯਾਦ ਰੱਖਿਓ, ਸੂਚਨਾ ਹਮੇਸ਼ਾ ਡਾਟਾ ਤੋਂ ਹੀ ਬਣਦੀ ਹੈ। ਠੀਕ ਹੈ, ਤਾਂ ਹੁਣ ਸਾਡੇ ਕੋਲ ਡਾਟਾ ਹੈ, ਪਰ ਇਸ ਨੂੰ ਇੱਕ ਢਾਂਚੇ ਵਿੱਚ ਕਿਵੇਂ ਰੱਖੀਏ ਜਿੱਥੋਂ ਇਸ ਨੂੰ ਆਸਾਨੀ ਨਾਲ ਵਰਤਿਆ ਜਾ ਸਕੇ? ਇੱਥੇ ਹੀ ਡਾਟਾਬੇਸ ਦੀ ਅਸਲ ਬਣਤਰ ਦੀ ਗੱਲ ਸ਼ੁਰੂ ਹੁੰਦੀ ਹੈ। ਅਸੀਂ ਆਮ ਤੌਰ ਤੇ ਤਾਂ ਇਸ ਨੂੰ ਟੇਬਲ ਹੀ ਕਹਿ ਦਿੰਦੇ ਹਾਂ, ਪਰ ਡਾਟਾਬੇਸ ਦੀ ਦੁਨੀਆ ਵਿੱਚ ਇਸ ਦਾ ਇੱਕ ਖਾਸ ਨਾਂ ਹੈ, ਰਿਲੇਸ਼ਨ। ਹੁਣ ਇਹ ਨਾਂ ਜ਼ਰੂਰੀ ਕਿਉਂ ਹੈ? ਕਿਉਂਕਿ ਇਹ ਦੱਸਦਾ ਹੈ ਕਿ ਟੇਬਲ ਦੇ ਅੰਦਰ ਜਿੰਨਾ ਵੀ ਡਾਟਾ ਹੈ ਨਾ, ਉਹ ਸਾਰਾ ਇੱਕ ਦੂਜੇ ਨਾਲ ਸੰਬੰਧਿਤ ਹੈ। ਇਹ ਬਸ ਕਤਾਰਾਂ ਤੇ ਕਾਲਮਾਂ ਦਾ ਇੱਕ ਸਾਫ਼ ਸੁਥਰਾ ਗ੍ਰਿਡ ਹੈ, ਜਿੱਥੇ ਹਰ ਚੀਜ਼ ਆਪਣੀ ਸਹੀ ਥਾਂ ਤੇ ਹੁੰਦੀ ਹੈ। ਚਲੋ, ਇਸ ਪੂਰੀ ਗੱਲਬਾਤ ਨੂੰ ਸਮਝਣ ਲਈ ਆਪਾਂ ਇਸ ਵਿਦਿਆਰਥੀ ਟੇਬਲ ਨੂੰ ਇੱਕ ਉਦਾਹਰਣ ਵਾਂਗੂ ਵਰਤਾਂਗੇ। ਧਿਆਨ ਨਾਲ ਦੇਖੋ ਇਹ ਕਿਵੇਂ ਬਣਿਆ ਹੋਇਆ ਹੈ। ਅੱਛਾ, ਹੁਣ ਆਓ ਇਸ ਟੇਬਲ ਦੇ ਹਿੱਸਿਆਂ ਨੂੰ ਦੇਖੀਏ। ਹਰ ਇੱਕ ਕਾਲਮ, ਜਿਸ ਨੂੰ ਅਸੀਂ ਐਟਰੀਬਿਊਟ ਕਹਿੰਦੇ ਹਾਂ, ਉਹ ਡੇਟਾ ਦੀ ਇੱਕ ਖਾਸ ਕਿਸਮ ਦੀ ਜਾਣਕਾਰੀ ਨੂੰ ਦਰਸਾਉਂਦਾ ਹੈ। ਹਰੇਕ ਐਟਰੀਬਿਊਟ ਦਾ ਇੱਕ ਵੱਖਰਾ ਨਾਂ ਹੁੰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਕਾਲਮ ਵਿੱਚ ਹੈ ਕੀ। ਆਪਣੇ ਇਸ ਵਿਦਿਆਰਥੀ ਟੇਬਲ ਵਿੱਚ ਨੇਮ, ਕਲਾਸ, ਮਾਰਕਸ ਤੇ DOB ਇਹ ਸਾਰੇ ਐਟਰੀਬਿਊਟਸ ਨੇ। ਦੇਖੋ, ਹਰ ਇੱਕ ਕਾਲਮ ਇੱਕ ਖਾਸ ਕਿਸਮ ਦੀ ਜਾਣਕਾਰੀ ਦੱਸ ਰਿਹਾ ਹੈ। ਜੇ ਐਟਰੀਬਿਊਟਸ ਕਾਲਮ ਨੇ ਤਾਂ ਫਿਰ ਕਤਾਰਾਂ ਕੀ ਹੋਈਆਂ? ਉਹਨਾਂ ਨੂੰ ਟਪਲ ਕਿਹਾ ਜਾਂਦਾ ਹੈ। ਹਰ ਇੱਕ ਟਪਲ ਇੱਕ ਪੂਰਾ ਰਿਕਾਰਡ ਹੁੰਦਾ ਹੈ, ਮਤਲਬ ਇੱਕ ਚੀਜ਼ ਬਾਰੇ ਸਾਰੀ ਸੰਬੰਧਿਤ ਜਾਣਕਾਰੀ ਦਾ ਇੱਕ ਗਰੁੱਪ। ਇਸ ਟੇਬਲ ਵਿੱਚ ਦੇਖੋ, ਕਮਲਪ੍ਰੀਤ ਸਿੰਘ ਵਾਲੀ ਜਿਹੜੀ ਪੂਰੀ ਕਤਾਰ ਹੈ, ਉਹ ਇੱਕ ਟਪਲ ਦੀ ਬਿਲਕੁਲ ਸਹੀ ਉਦਾਹਰਣ ਹੈ। ਇਸ ਵਿੱਚ ਉਸ ਦਾ ਨਾਮ, ਕਲਾਸ, ਨੰਬਰ ਤੇ ਜਨਮ ਮਿਤੀ ਸਭ ਕੁਝ ਹੈ, ਯਾਨੀ ਕਿ ਇੱਕ ਪੂਰਾ ਦਾ ਪੂਰਾ ਰਿਕਾਰਡ। ਤਾਂ ਫਿਰ ਆਪਾਂ ਇੱਕ ਟੇਬਲ ਦੇ ਸਾਈਜ਼ ਨੂੰ ਕਿਵੇਂ ਦੱਸਾਂਗੇ? ਮਤਲਬ ਉਸ ਨੂੰ ਮਾਪਣ ਲਈ ਵੀ ਤਾਂ ਕੁਝ ਹੋਣਾ ਚਾਹੀਦਾ ਹੈ। ਇਸ ਦੇ ਲਈ ਦੋ ਬਹੁਤ ਹੀ ਖਾਸ ਸ਼ਬਦ ਵਰਤੇ ਜਾਂਦੇ ਨੇ। ਇਹ ਦੋਵੇਂ ਬਹੁਤ ਸਿੱਧੇ ਜਿਹੇ ਨੇ। ਡਿਗਰੀ ਦਾ ਮਤਲਬ ਹੈ ਕਾਲਮਾਂ ਦੀ ਗਿਣਤੀ ਤੇ ਕਾਰਡਿਨੈਲਿਟੀ ਦਾ ਮਤਲਬ ਹੈ ਕਤਾਰਾਂ ਦੀ ਗਿਣਤੀ। ਬਸ ਇੰਜ ਸਮਝੋ, ਡਿਗਰੀ ਟੇਬਲ ਦੀ ਚੌੜਾਈ ਦੱਸਦੀ ਹੈ ਤੇ ਕਾਰਡਿਨੈਲਿਟੀ ਉਸ ਦੀ ਲੰਬਾਈ। ਚਲੋ ਆਪਣੇ ਵਿਦਿਆਰਥੀ ਟੇਬਲ ਤੇ ਵਾਪਸ ਚਲਦੇ ਹਾਂ, ਜਿਸ ਵਿੱਚ ਹੁਣ ਇੱਕ ਹੋਰ ਜੈਂਡਰ ਵਾਲਾ ਕਾਲਮ ਵੀ ਹੈ, ਤੇ ਇਹਨਾਂ ਨਵੇਂ ਕਨਸੈਪਟਸ ਨੂੰ ਲਾਗੂ ਕਰਕੇ ਦੇਖਦੇ ਹਾਂ। ਤਾਂ ਇਸ ਟੇਬਲ ਦੀ ਡਿਗਰੀ ਕੀ ਹੋਈ? 5, ਕਿਉਂਕਿ ਇਸ ਵਿੱਚ ਨੇਮ ਤੋਂ ਲੈ ਕੇ ਜੈਂਡਰ ਤੱਕ 5 ਕਾਲਮ ਨੇ। ਤੇ ਇਸ ਦੀ ਕਾਰਡਿਨੈਲਿਟੀ ਹੋਈ 4, ਕਿਉਂਕਿ ਇਸ ਵਿੱਚ 4 ਵਿਦਿਆਰਥੀਆਂ ਦੇ ਰਿਕਾਰਡ ਜਾਂ ਕਹਿ ਲਓ ਟਪਲ ਨੇ। ਬਸ ਇੰਨਾ ਹੀ ਸੌਖਾ ਹੈ। ਠੀਕ ਹੈ, ਇਹ ਸਾਰੇ ਟੇਬਲ ਤਾਂ ਬਣ ਗਏ, ਪਰ ਇਹਨਾਂ ਸਾਰਿਆਂ ਨੂੰ ਮੈਨੇਜ ਕੌਣ ਕਰਦਾ ਹੈ? ਕਿਹੜਾ ਸੌਫਟਵੇਅਰ ਹੈ ਜੋ ਇਹ ਸਭ ਨੂੰ ਸੰਭਾਲਦਾ ਹੈ? ਇਸ ਨੂੰ ਕਹਿੰਦੇ ਨੇ DBMS, ਯਾਨੀ ਕਿ ਡੇਟਾਬੇਸ ਮੈਨੇਜਮੈਂਟ ਸਿਸਟਮ। ਇਸ ਨੂੰ ਨਾ ਡੇਟਾਬੇਸ ਦਾ ਦਿਮਾਗ ਸਮਝੋ। ਇਹ ਉਹ ਸੌਫਟਵੇਅਰ ਹੈ ਜੋ ਸਾਨੂੰ ਡੇਟਾ ਨੂੰ ਸਟੋਰ ਕਰਨ, ਦੇਖਣ, ਬਦਲਣ ਤੇ ਮਿਟਾਉਣ ਦੀ ਇਜਾਜ਼ਤ ਦਿੰਦਾ ਹੈ। ਪਰ ਸਵਾਲ ਇਹ ਹੈ ਕਿ ਅਸੀਂ ਇਸ ਦਿਮਾਗ ਯਾਨੀ DBMS ਨਾਲ ਗੱਲ ਕਿਵੇਂ ਕਰੀਏ? ਇਸ ਨੂੰ ਹੁਕਮ ਦੇਣ ਲਈ ਸਾਨੂੰ ਇੱਕ ਖਾਸ ਭਾਸ਼ਾ ਦੀ ਲੋੜ ਪੈਂਦੀ ਹੈ। ਉਹ ਭਾਸ਼ਾ ਹੈ SQL, ਜਿਸ ਦਾ ਪੂਰਾ ਨਾਂ ਹੈ ਸਟਰਕਚਰਡ ਕੁਐਰੀ ਲੈਂਗੁਏਜ। ਸਮਝ ਲਓ ਕਿ ਇਹ ਰਿਲੇਸ਼ਨਲ ਡਾਟਾਬੇਸ ਨਾਲ ਗੱਲਬਾਤ ਕਰਨ ਲਈ ਦੁਨੀਆ ਭਰ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਹੈ। SQL ਦੇ ਅੰਦਰ ਵੀ ਨਾ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਹਿੱਸੇ ਹੁੰਦੇ ਨੇ, ਜਿਵੇਂ DDL ਯਾਨੀ ਡੇਟਾ ਡੈਫੀਨੇਸ਼ਨ ਲੈਂਗੁਏਜ। ਇਹ ਇੱਕ ਤਰ੍ਹਾਂ ਨਾਲ ਨਕਸ਼ਾ ਬਣਾਉਂਦੀ ਹੈ, ਮਤਲਬ ਟੇਬਲ ਤੇ ਢਾਂਚੇ ਤਿਆਰ ਕਰਦੀ ਹੈ। ਫਿਰ ਹੈ DML ਡੇਟਾ ਮੈਨੀਪੂਲੇਸ਼ਨ ਲੈਂਗੁਏਜ, ਜਿਹੜੀ ਡਾਟਾ ਨੂੰ ਬਦਲਣ, ਜੋੜਨ ਜਾਂ ਹਟਾਉਣ ਦਾ ਕੰਮ ਕਰਦੀ ਹੈ। ਤੇ DCL ਯਾਨੀ ਡਾਟਾ ਕੰਟਰੋਲ ਲੈਂਗੁਏਜ ਇੱਕ ਗਾਰਡ ਵਾਂਗ ਕੰਮ ਕਰਦੀ ਹੈ। ਇਹ ਤੈਅ ਕਰਦੀ ਹੈ ਕਿ ਕਿਸ ਨੂੰ ਕਿਹੜਾ ਡਾਟਾ ਦੇਖਣ ਦੀ ਇਜਾਜ਼ਤ। ਅੱਛਾ, ਹੁਣ ਸਾਰੀਆਂ ਗੱਲਾਂ ਨੂੰ ਜੋੜਦੇ ਹਾਂ। ਆਖਿਰ ਅਸੀਂ ਡਾਟਾਬੇਸ ਦੀ ਵਰਤੋਂ ਕਰਦੇ ਹੀ ਕਿਉਂ ਹਾਂ? ਇਸ ਦੇ ਅਸਲ ਫਾਇਦੇ ਕੀ ਨੇ? ਦੇਖੋ, ਇਸ ਦੇ ਮੁੱਖ ਫਾਇਦੇ ਇਹ ਨੇ। ਇੱਕੋ ਜਾਣਕਾਰੀ ਨੂੰ ਵਾਰ-ਵਾਰ ਲਿਖਣ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਗਲਤੀਆਂ ਦੀ ਗੁੰਜਾਇਸ਼ ਘਟ ਜਾਂਦੀ ਹੈ। ਡਾਟਾ ਨੂੰ ਸ਼ੇਅਰ ਕਰਨਾ, ਲੱਭਣਾ ਤੇ ਸੁਰੱਖਿਅਤ ਰੱਖਣਾ ਬਹੁਤ ਸੌਖਾ ਹੋ ਜਾਂਦਾ ਹੈ।
ਤੇ ਜੇ ਕਦੇ ਕੋਈ ਗੜਬੜ ਹੋ ਵੀ ਜਾਵੇ ਤਾਂ ਬੈਕਅਪ ਤੇ ਰਿਕਵਰੀ ਵੀ ਬਹੁਤ ਸੌਖੀ ਹੋ ਜਾਂਦੀ ਹੈ। ਅਸਲ ਵਿੱਚ ਸਾਰੀ ਗੱਲ ਇੱਥੇ ਆ ਕੇ ਮੁੱਕਦੀ ਹੈ। ਜਦੋਂ ਤੁਹਾਡਾ ਡਾਟਾ ਚੰਗੀ ਤਰ੍ਹਾਂ ਆਰਗੇਨਾਈਜ਼ ਹੁੰਦਾ ਹੈ ਤਾਂ ਹੀ ਤੁਸੀਂ ਬਿਹਤਰ ਤੇ ਸੋਚ ਸਮਝ ਕੇ ਫੈਸਲੇ ਲੈ ਸਕਦੇ ਹੋ। ਤੇ ਇਹ ਸਾਨੂੰ ਇੱਕ ਬਹੁਤ ਹੀ ਜ਼ਰੂਰੀ ਸਵਾਲ ਤੇ ਛੱਡ ਜਾਂਦਾ ਹੈ, ਜੇ ਡਾਟਾ ਅੱਜ ਦੇ ਸਮੇਂ ਦਾ ਸੋਨਾ ਹੈ ਤਾਂ ਫਿਰ ਇਸ ਖਜ਼ਾਨੇ ਦੀ ਰਾਖੀ ਕੌਣ ਕਰਦਾ ਹੈ? ਕੌਣ ਇਹ ਪੱਕਾ ਕਰਦਾ ਹੈ ਕਿ ਇਹ ਸੁਰੱਖਿਅਤ ਰਹੇ ਤੇ ਸਹੀ ਢੰਗ ਨਾਲ ਸੰਭਾਲਿਆ ਜਾਵੇ? ਇਸ ਬਾਰੇ ਸੋਚਣ ਵਾਲੀ ਗੱਲ ਹੈ।